ਬਾਹਰ ਵਸਦੀ ਸੰਗਤ ਜਿਹੜੀ ਹੈ ਉਹਨਾਂ ਦੇ ਮਨ 'ਚ ਸ਼ਰਧਾ ਹੁੰਦੀ ਹੈ ਕਿ ਅਸੀਂ ਉੱਥੇ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਈਏ। ਕਈ ਵਾਰੀ ਉਹ ਡੇਟ ਲੈਣ 'ਚ ਉਹਨਾਂ ਨੂੰ ਦਿੱਕਤਾਂ ਹੁੰਦੀਆਂ, ਕਈ ਵਾਰੀ ਉਹਨਾਂ ਨਾਲ ਕਿਸੇ ਨਾਲ ਸੰਪਰਕ ਨਹੀਂ ਹੁੰਦਾ। ਕਮ ਸੋ ਕਮ ਉਹ ਉੱਥੇ ਆਪਣਾ ਭਰਨਗੇ ਕਿ ਅਸੀਂ ਇਸ ਸੰਬੰਧ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਕਰਾਉਣਾ ਚਾਹੁੰਦੇ ਹਾਂ, ਸਾਨੂੰ ਤਰੀਕ ਦਿੱਤੀ ਜਾਵੇ। ਫਿਰ ਉਹ ਜੋ ਤਰੀਕ ਮਿਲ ਜੇਗੀ ਉਹ ਉਹਦੇ ਉੱਤੇ ਆ ਕੇ ਸ਼ਾਮਲ ਹੋ ਸਕਦੇ ਹੈ, ਉੱਥੇ ਆ ਕੇ ਅਖੰਡ ਪਾਠ 'ਚ ਬੈਠ ਸਕਦੇ ਹੈ, ਬਾਣੀ ਸੁਣ ਸਕਦੇ ਹੈ। ਹੁਣ ਆਨਲਾਈਨ ਅੱਜ ਕੱਲ੍ਹ ਦਾ ਜ਼ਮਾਨਾ ਹੀ ਇਸ ਤਰ੍ਹਾਂ ਦਾ ਕਿ ਸਾਰਾ ਕੰਮ ਆਨਲਾਈਨ ਚੱਲਦਾ। ਟੋਟਲ ਮੋਖ ਦੱਸੀ ਦੀ ਉਹਦੇ 'ਚ ਲਿਖਿਆ ਗਿਆ ਕਿ ਰੁਮਾਲਾ ਵੀ ਵਿੱਚ ਹੀ ਹੈ, ਕੜਾਹ ਪ੍ਰਸ਼ਾਦ ਦੀ ਦੇਗ ਵੀ ਵਿੱਚ ਹੀ ਹੈ, ਕੀਰਤਨ ਭੇਟ ਵੀ ਵਿੱਚ ਹੀ ਹੈ, ਸਾਰਾ ਕੁਝ ਟੋਟਲ ਜਿਹੜੀ ਹੈ ਇਹਦੀ ਮੋਖ ਹੈ। ਸੋ ਇਹ ਕਲੀਅਰ ਗੱਲਾਂ ਜੋ ਜਾਂਦੀਆਂ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇੱਥੇ ਜਿਹੜਾ ਟੋਟਲ ਖਰਚ ਜਿਹੜਾ ਉਹ ਇੰਨਾ ਕੀ ਹੋਣਾ। ਕਈ ਲੋਕ ਗੁੰਮਰਾਹਪੂਰਨ ਗੱਲਾਂ ਕਰਦੇ ਸੀ, ਉਹ ਵੀ ਤੁਹਾਡੇ ਸਾਹਮਣੇ ਲੱਗਦਾ ਕਿ ਉਹਦੇ ਤੇ ਵੀ ਇੱਕ ਤਰ੍ਹਾਂ ਦੀ ਠੱਲ ਪਏ। ਨੈਚੁਰਲੀ ਜੀ ਫਰਕ ਪਏਗਾ, ਕਿਉਂਕਿ ਜਿਸ ਤਰ੍ਹਾਂ ਕਈ ਕਹਿੰਦੇ ਸੀਗੇ ਜੀ ਇੱਥੇ ਅਖੰਡ ਪਾਠ ਹੁੰਦਾ ਸੀ ਤੇ 20,000 ਰੁਪਇਆ ਲੱਗ ਜਾਣਾ ਜੀ, ਇੱਥੇ 15,000 ਲੱਗ ਜਾਣਾ ਜੀ। 8500 ਰੁਪਇਆ ਅਖੰਡ ਪਾਠ ਸਾਹਿਬ ਦੀ ਮੋਖ ਹੈ। ਉਹਦੇ ਵਿੱਚ ਹੀ ਕੜਾਹ ਪ੍ਰਸ਼ਾਦ ਹੈ, ਉਹਦੇ ਵਿੱਚ ਹੀ ਲੰਗਰ ਦਾ, ਉਹਦੇ ਵਿੱਚ ਹੀ ਰੁਮਾਲਾ ਸਾਹਿਬ, ਉਹਦੇ ਵਿੱਚ ਹੀ ਕੀਰਤਨ, ਸਾਰਾ ਕੁਝ ਵਿੱਚ ਹੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਵਾਸਤੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ, ਲੇਕਿਨ ਹੁਣ ਆਨਲਾਈਨ ਅਖੰਡ ਪਾਠ ਸਾਹਿਬ ਰਖਵਾਏ ਜਾ ਸਕਦੇ ਨੇ। ਤਾਂ ਇਹ ਐਲਾਨ ਐਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਹੋਣਾ ਵੱਲੋਂ ਕੀਤਾ ਗਿਆ। ਇਹਦੇ ਵਾਸਤੇ ਵੈਬਸਾਈਟ ਵੀ ਲਾਂਚ ਕੀਤੀ ਗਈ ਹੈ। ਤਾਂ ਵੈਬਸਾਈਟ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੋਕ ਜੁੜ ਸਕਦੇ ਨੇ, ਕਿਸ ਤਰੀਕੇ ਨਾਲ ਸਿੱਖ ਸੰਗਤ ਦੇਸ਼ ਵਿਦੇਸ਼ 'ਚ ਬੈਠੀ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਕਰ ਸਕਦੀ ਨੇ ਅਤੇ ਆਪਣਾ ਤਿਲਫੁਲ ਭੇਟ ਕਰ ਸਕਦੀਆਂ ਨੇ। ਸਾਡੇ ਨਾਲ ਬੀਬੀ ਜਗੀਰ ਕੌਰ ਜੀ ਮੌਜੂਦ ਨੇ। ਬੀਬੀ ਜੀ, ਕੀ ਉਪਰਾਲਾ ਹੈ ਜੀ ਕਿ ਜਿਹੜਾ ਇੱਕ ਵੈਬਸਾਈਟ ਦੇ ਮਾਧਿਅਮ ਦੇ ਨਾਲ, ਕਿਉਂਕਿ ਅੱਜ ਦਾ ਯੁੱਗ ਵੀ ਹੈ, ਤਕਨੀਕ ਦਾ ਯੁੱਗ ਹੈ, ਉਹਦਾ ਇਸਤੇਮਾਲ ਕੀਤਾ ਜਾ ਰਿਹਾ ਕਮੇਟੀ ਵੱਲੋਂ, ਤਾਂ ਵੈਬਸਾਈਟ ਦੇ ਨਾਲ ਕੀ ਹੋਏਗਾ, ਕਿਸ ਤਰੀਕੇ ਨਾਲ ਅਖੰਡ ਪਾਠ ਰਖਾਏ ਜਾ ਸਕਦੇ ਨੇ ਤੇ ਹੋਰ ਕੀ ਸੁਵਿਧਾਵਾਂ ਨੇ? ਦੇਖੋ, ਇਹ ਸੰਸਥਾ ਜਿਹੜੀ ਹੈ ਸਾਰੀ ਕੌਮ ਦੀ ਸੰਸਥਾ ਤੇ ਇਸ ਵੇਲੇ ਗੁਰੂ ਨਾਨਕ ਨਾਮ ਲੇਵਾ ਸੰਸਾਰ ਭਰ ਦੇ ਵਿੱਚ ਵੱਖ-ਵੱਖ ਦੇਸ਼ਾਂ 'ਚ ਵਸ ਰਹੇ ਆ। ਹਰ ਇੱਕ ਦੇ ਮਨ 'ਚ ਇੱਕ ਚਾਅ ਹੁੰਦਾ ਹੈ ਕਿ ਅਸੀਂ ਉਸ ਸੰਸਥਾ ਬਾਰੇ ਜਾਣ ਸਕੀਏ ਕਿ ਉਹ ਫੰਕਸ਼ਨਿੰਗ ਕਿੱਦਾਂ ਦੀ ਕਰਦੀ ਹੈ, ਉਹਨਾਂ ਦੀਆਂ ਕਿਹੜੀਆਂ ਕਾਰਗੁਜ਼ਾਰੀਆਂ ਨੇ, ਉਹਨਾਂ ਨੇ ਕੀ ਕੀ ਕੀਤਾ ਤੇ ਕੀ ਆਉਣ ਵਾਲੇ ਉਦੇਸ਼ ਹੈ, ਜਾਂ ਉੱਥੋਂ ਦੇ ਕਿਸ ਤਰ੍ਹਾਂ ਦੀਆਂ ਆਮਦਨਾਂ ਨੇ, ਕਿਸ ਤਰ੍ਹਾਂ ਦੀ ਖਰਚ ਹੈ, ਕਿੰਨੇ ਸਕੂਲ ਚਲਾਉਂਦੀ ਹੈ, ਕਿੰਨੇ ਕਾਲਜ ਚਲਾਉਂਦੀ ਹੈ, ਕਿੰਨੇ ਹਸਪਤਾਲ, ਕਿੰਨੀਆਂ ਯੂਨੀਵਰਸਿਟੀਆਂ, ਉਹ ਸਾਰਾ ਕੁਝ ਕਿੱਦਾਂ ਗੁਰਧਾਮਾਂ ਦੀ ਸੇਵਾ ਸੰਭਾਲ ਹੁੰਦੀ ਹੈ, ਉਹ ਸਾਰਾ ਕੁਝ ਜਾਣਨਾ ਚਾਹੁੰਦੇ। ਸੋ ਇਹਦੇ ਸੰਬੰਧ ਵਿੱਚ ਕਿਉਂਕਿ ਇਸ ਵੇਲੇ ਜਿਹੜੀ ਆਵਾਜ਼ ਹੈ ਸਾਰਿਆਂ ਦੀ ਇੱਕ ਮੀਡੀਆ ਨਾਲ ਜੁੜੀ ਹੋਈ ਹੈ। ਜਦ ਤੱਕ ਸਾਡੇ ਇਹ ਸਾਰਾ ਕੁਝ ਪਾਰਦਰਸ਼ੀ ਸੰਗਤਾਂ 'ਚ ਨਹੀਂ ਜਾਂਦਾ ਤੇ ਕਈ ਵਾਰੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਹੁਣ ਫਾਰ ਐਗਜ਼ਾਮਪਲ ਕਈਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇੱਥੇ ਕਿੰਨੇ ਮੈਂਬਰ ਚੁਣੇ ਜਾਂਦੇ ਹੈ ਤੇ ਕਿਸ ਤਰ੍ਹਾਂ ਦੀ ਇਹਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ। ਉਹ ਸਾਰਾ ਅਸੀਂ ਪਾਇਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸ ਤਰ੍ਹਾਂ ਹੋਂਦ ਵਿੱਚ ਆਈ, ਇਹਦੀ ਕੀ ਬਣਤਰ ਹੈ, ਇਹਦੇ ਕੀ ਕਾਰਜ ਹੈ, ਇਹਨੇ ਕਿਹੜੀ ਭੂਮਿਕਾ ਨਿਭਾਈ ਹੈ, ਜਾਂ ਅੱਜ ਤੱਕ 100 ਸਾਲ ਦਾ ਇਤਿਹਾਸ ਜਿਹੜਾ ਉਹ ਕੀ ਕੁਝ ਕੀਤਾ, ਕਿਹੜੀਆਂ ਜ਼ਿੰਮੇਵਾਰੀਆਂ ਵਿੱਚ ਇਹਨਾਂ ਨੇ ਸਫਲਤਾ ਪ੍ਰਾਪਤ ਕੀਤੀ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਬਾਹਰ ਜਾਣਕਾਰੀ ਹੋਏਗੀ ਤੇ ਉਹਨਾਂ ਨੂੰ ਪਤਾ ਲੱਗੇਗਾ ਕਿ ਕਿੰਨੇ ਹਜ਼ਾਰ ਪਰਿਵਾਰ ਹੈ ਜਿਨ੍ਹਾਂ ਨੂੰ ਕਰੋੜਾਂ ਰੁਪਏ ਆਪਾਂ ਉਹਨਾਂ ਦੀ ਸੈਲਰੀ ਦੇ ਕੇ ਜਾਂ ਉਹਨਾਂ ਦੀ ਸੇਵਾ ਫਲ ਦੇ ਕੇ ਉਹਨਾਂ ਦੇ ਪਰਿਵਾਰ ਪਾਲ ਰਹੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਉਪਲਬਧ ਕੀਤੀਆਂ ਗਈਆਂ ਕਿ ਇੰਨੇ ਸਾਡੇ ਮੁਲਾਜ਼ਮ ਹੈ, 18,000 ਤੋਂ ਵੱਧ ਮੁਲਾਜ਼ਮ ਹੈ, ਸਾਡੇ ਇੰਨੇ ਸਕੂਲ ਹੈ, ਇੰਨੇ ਕਾਲਜ ਹੈ, ਇੰਨੀਆਂ ਯੂਨੀਵਰਸਿਟੀਆਂ, ਇੰਨੇ ਹਸਪਤਾਲ ਹੈ, ਇੰਨੇ ਇੰਜੀਨੀਅਰਿੰਗ ਕਾਲਜ ਹੈ, ਇੰਨੇ ਮੈਡੀਕਲ ਕਾਲਜ ਹੈ। ਜਦੋਂ ਇਹ ਸਾਰੀਆਂ ਗੱਲਾਂ ਸੰਗਤ 'ਚ ਗਈਆਂ, ਉਹ ਕਈ ਤੇ ਇਹ ਵੀ ਨਹੀਂ ਸੀ ਜਾਣਦੇ ਕਿ ਗੁਰਦੁਆਰਿਆਂ ਤੋਂ ਇਲਾਵਾ ਵੀ ਅਸੀਂ ਕੋਈ ਚਲਾ ਰਹੇ ਹਾਂ। ਮੇਰਾ ਖਿਆਲ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਨਹੀਂ ਸੀ ਪਤਾ ਕਿ ਗੁਰਦੁਆਰਿਆਂ ਤੋਂ ਸਿਵਾਏ ਕੋਈ ਇੱਥੇ ਐਜੂਕੇਸ਼ਨਲ ਅਦਾਰੇ ਵੀ ਚੱਲਦੇ ਹੈ, ਕੋਈ ਹੈਲਥ ਨਾਲ ਸੰਬੰਧਿਤ ਵੀ ਚੱਲਦੇ। ਸੋ ਇਹ ਜਦੋਂ ਹੁਣ ਜਾਣਕਾਰੀ ਗਈ ਹੈ, ਲੋਕਾਂ ਵਿੱਚ ਇੱਕ ਕਿਉਰਿਓਸਿਟੀ ਵਧੀ ਹੈ ਕਿ ਸੱਚਮੁੱਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਕਾਰਜ ਕਰ ਰਹੀ ਹੈ। ਠੀਕ, ਅਖੰਡ ਪਾਠ ਸਾਹਿਬ ਜਿਹੜੇ ਨੇ ਆਨਲਾਈਨ ਰਖਵਾਏ ਜਾ ਸਕਦੇ, ਉਹ ਕੀ ਸੁਵਿਧਾ? ਉਹਦਾ ਕਾਰਨ ਹੈ ਕਿ ਬਾਹਰ ਵਸਦੀ ਸੰਗਤ ਜਿਹੜੀ ਹੈ ਉਹਨਾਂ ਦੇ ਮਨ 'ਚ ਸ਼ਰਧਾ ਹੁੰਦੀ ਹੈ ਕਿ ਅਸੀਂ ਉੱਥੇ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਈਏ। ਕਈ ਵਾਰੀ ਉਹ ਡੇਟ ਲੈਣ 'ਚ ਉਹਨਾਂ ਨੂੰ ਦਿੱਕਤਾਂ ਹੁੰਦੀਆਂ,
ਕਈ ਵਾਰੀ ਉਹਨਾਂ ਨਾਲ ਕਿਸੇ ਨਾਲ ਸੰਪਰਕ ਨਹੀਂ ਹੁੰਦਾ, ਕਮ ਸੋ ਕਮ ਉਹ ਉੱਥੇ ਆਪਣਾ ਭਰਨਗੇ ਕਿ ਅਸੀਂ ਇਸ ਸਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਾਉਣਾ ਚਾਹੁੰਦੇ ਹਾਂ, ਸਾਨੂੰ ਤਰੀਕ ਦਿੱਤੀ ਜਾਵੇ। ਫਿਰ ਉਹ ਜੋ ਤਰੀਕ ਮਿਲ ਜੇਗੀ ਉਹ ਉਹਦੇ ਉੱਤੇ ਆ ਕੇ ਸ਼ਾਮਲ ਹੋ ਸਕਦੇ ਹੈ, ਉੱਥੇ ਆ ਕੇ ਅਖੰਡ ਪਾਠ 'ਚ ਬੈਠ ਸਕਦੇ ਹੈ, ਬਾਣੀ ਸੁਣ ਸਕਦੇ ਹੈ ਤੇ ਆਪਣੀ ਸ਼ਮੂਲੀਅਤ ਕਰ ਸਕਦੇ ਹੈ। ਸੋ ਜਦੋਂ ਉੱਥੇ ਬੈਠਿਆਂ ਨੂੰ ਤਰੀਕ ਮਿਲ ਜੇਗੀ ਤੇ ਉਹਨਾਂ ਨੂੰ ਮੁਸ਼ਕਲ ਨਹੀਂ ਹੋਏਗੀ ਕਿ ਸਾਨੂੰ ਆਉਣਾ ਪਏਗਾ। ਕਈ ਵਾਰੀ ਆ ਕੇ ਕੋਈ ਰਿਸ਼ਤੇਦਾਰਾਂ ਨੂੰ ਕਹਿੰਦਾ, ਕੋਈ ਭੈਣ ਭਰਾ ਨੂੰ ਕਹਿੰਦਾ। ਹੁਣ ਆਨਲਾਈਨ ਅੱਜ ਕੱਲ੍ਹ ਦਾ ਜ਼ਮਾਨਾ ਹੀ ਇਸ ਤਰ੍ਹਾਂ ਦਾ ਕਿ ਸਾਰਾ ਕੰਮ ਆਨਲਾਈਨ ਚੱਲਦਾ। ਸੋ ਉਹਨਾਂ ਦੀ ਇੱਕ ਸਹੂਲਤ ਵਾਸਤੇ, ਸੰਗਤ ਦੀ ਸਹੂਲਤ ਵਾਸਤੇ ਕਿ ਸੰਗਤ ਦੂਰ ਬੈਠੀ ਹੈ ਤੇ ਉਹਨਾਂ ਨੂੰ ਆਉਣਾ ਜਾਣਾ ਮੁਸ਼ਕਲ ਹੋ ਜਾਂਦਾ ਹੈ, ਉਹ ਉਸੇ ਦਿਨ ਹੀ ਆਉਣ ਜਦੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨਾ ਹੋਵੇ। ਸੋ ਇਸ ਕਰਕੇ ਜਿਹੜੀ ਨਕਦੀ ਦੀ ਭੇਟਾ ਜਿਹੜੀ ਕੀਤੀ ਜਾਏਗੀ ਉਹ ਵੀ ਆਨਲਾਈਨ ਲਿੱਤੀ ਜਾਏਗੀ ਸਾਰੀ? ਦੇਖੋ ਆਨਲਾਈਨ ਸਾਡੇ ਕੋਲ ਚੱਲ ਰਿਹਾ, ਅਕਾਊਂਟ ਚੱਲ ਰਹੇ ਆ, ਉਹ ਅਕਾਊਂਟ 'ਚ ਪਾ ਸਕਦੇ ਆ ਕੜਾਹ ਪ੍ਰਸ਼ਾਦ ਦੇ ਪੈਸੇ, ਦੂਜੇ ਪੈਸੇ ਜਿੱਦਾਂ ਵੀ ਸਾਡਾ, ਕਿਉਂਕਿ ਜਿਹੜੀ ਮੋਖ ਹੈ ਉਹਦੇ ਵਿੱਚ ਹੀ ਕੜਾਹ ਪ੍ਰਸ਼ਾਦ ਹੈ, ਉਹਦੇ ਵਿੱਚ ਹੀ ਰੁਮਾਲਾ, ਕਲੀਅਰ ਕਰਨੀਆਂ ਹੁੰਦੀਆਂ ਕਈ ਗੱਲਾਂ। ਉਹ ਪੁੱਛਦੇ ਰਹਿੰਦੇ ਆ ਕੜਾਹ ਪ੍ਰਸ਼ਾਦ ਦੀ ਕਿੰਨੇ ਦੀ ਹੋਏਗੀ, ਰੁਮਾਲਾ ਕਿੰਨੇ ਦਾ ਹੋਏਗਾ, ਜਾਂ ਕੀਰਤਨ ਭੇਟ ਕਿੰਨੀ ਹੋਣੀ ਚਾਹੀਦੀ ਹੈ, ਇਹਦੀ ਮੋਖ ਕਿੰਨੀ ਹੈ। ਉਹ ਫਿਰ ਟੋਟਲ ਮੋਖ ਦੱਸੀ ਦੀ, ਉਹਦੇ 'ਚ ਲਿਖਿਆ ਗਿਆ ਕਿ ਰੁਮਾਲਾ ਵੀ ਵਿੱਚੇ ਹੀ ਹੈ, ਕੜਾਹ ਪ੍ਰਸ਼ਾਦ ਦੀ ਦੇਗ ਵੀ ਵਿੱਚੇ ਹੀ ਹੈ, ਕੀਰਤਨ ਭੇਟ ਵੀ ਵਿੱਚੇ ਹੀ ਹੈ, ਸਾਰਾ ਕੁਝ ਟੋਟਲ ਜਿਹੜੀ ਹੈ ਇਹਦੀ ਮੋਖ ਹੈ। ਸੋ ਇਹ ਕਲੀਅਰ ਗੱਲਾਂ ਜੋ ਜਾਂਦੀਆਂ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇੱਥੇ ਜਿਹੜਾ ਟੋਟਲ ਖਰਚ ਜਿਹੜਾ ਉਹ ਇੰਨਾ ਕੀ ਹੋਣਾ। ਤੇ ਕਈ ਵਾਰੀ ਦੇਖੋ, ਕਈ ਵਾਰੀ ਕਿਸੇ ਨੂੰ ਸੁਨੇਹਾ ਦਿੰਦੇ ਨੇ, ਕੋਈ ਰਿਸ਼ਤਾ ਨਹੀਂ ਆ ਸਕਦਾ, ਕਈ ਵਾਰੀ ਕੋਈ ਮੁਲਾਜ਼ਮ ਜਿਹੜਾ ਉਹ ਸਮੇਂ ਜਿਹੜੀ ਤਰੀਕ ਹੈ ਹੋ ਸਕਦਾ ਉਹਨਾਂ ਨੂੰ ਤਾਂ ਕੋਈ ਗੁੰਮਰਾਹ ਕਰ ਸਕੇ ਜਾਂ ਗਲਤ ਕਰ ਸਕੇ ਵੀ ਇਹ ਤਰੀਕ ਹਾਜ਼ਰ ਨਹੀਂ ਜੀ, ਇੱਥੇ ਤਰੀਕ ਮਿਲ ਨਹੀਂ ਸਕਦੀ ਜੀ, ਇੱਥੇ ਇਸ ਤਰ੍ਹਾਂ ਜੀ। ਇਹ ਸਾਰੀਆਂ ਗੱਲਾਂ ਦੁਬਿਧਾ ਜਿਹੀਆਂ ਪਈਆਂ ਸੀਗੀਆਂ, ਉਹ ਕਲੀਅਰ ਕਰਨ ਵਾਸਤੇ ਵੀ ਕਮ ਸੇ ਕਮ ਉੱਥੇ ਭਰਨਗੇ ਆਨਲਾਈਨ 'ਚ, ਜੇ ਇੱਥੇ ਤਰੀਕ ਹੋਏਗੀ ਤਾਂ ਉਹਨੂੰ ਦਿੱਤੀ ਜਾਏਗੀ। ਤੇ ਇਹਦੇ ਨਾਲ ਜਿਹੜੇ ਕਈ ਲੋਕ ਗੁੰਮਰਾਹਪੂਰਨ ਗੱਲਾਂ ਕਰਦੇ ਸੀ ਉਹ ਵੀ ਤੁਹਾਡੇ ਸਾਹਮਣੇ ਲੱਗਦਾ ਕਿ ਉਹਦੇ ਤੇ ਵੀ ਇੱਕ ਤਰ੍ਹਾਂ ਦੀ ਠੱਲ ਪਏਗੀ? ਨੈਚੁਰਲੀ ਜੀ ਫਰਕ ਪਏਗਾ, ਕਿਉਂਕਿ ਜਿਸ ਤਰ੍ਹਾਂ ਕਈ ਕਹਿੰਦੇ ਸੀਗੇ ਜੀ ਇੱਥੇ ਅਖੰਡ ਪਾਠ ਹੁੰਦਾ ਇੱਥੇ ਤਾਂ 20,000 ਰੁਪਇਆ ਲੱਗ ਜਾਣਾ ਜੀ, ਇੱਥੇ 15,000 ਲੱਗ ਜਾਣਾ ਜੀ, ਕਿੰਨੇ ਪੈਸੇ ਲੱਗ ਜਾਂਦੇ ਹੈ। ਹੁਣ ਜਿਹੜਾ ਲੱਗਦਾ ਮਤਲਬ ਕਿ 9,000 ਕਿ 9,500 8500 ਰੁਪਇਆ, 8500 ਰੁਪਇਆ ਅਖੰਡ ਪਾਠ ਸਾਹਿਬ ਦੀ ਮੋਖ ਹੈ। ਉਹਦੇ ਵਿੱਚ ਹੀ ਕੜਾਹ ਪ੍ਰਸ਼ਾਦ ਹੈ, ਉਹਦੇ ਵਿੱਚ ਹੀ ਲੰਗਰ ਦਾ, ਉਹਦੇ ਵਿੱਚ ਹੀ ਰੁਮਾਲਾ ਸਾਹਿਬ, ਉਹਦੇ ਵਿੱਚ ਹੀ ਕੀਰਤਨ, ਸਾਰਾ ਕੁਝ ਵਿੱਚ ਹੀ ਹੈ। ਤੇ ਹੁਣ ਕਈ ਵਾਰੀ ਉਹ ਪੁੱਛਦੇ ਰਹਿੰਦੇ ਆ ਜੀ ਕਿੰਨਾ ਲੱਗਣਾ, ਤੇ ਕਈ ਵਾਰੀ ਕੋਈ ਗਲਤ ਵੀ ਦੱਸ ਦਿੰਦਾ। ਤੇ ਇਹਦੇ ਨਾਲ ਇੱਕ ਪ੍ਰਚਾਰ ਦਾ ਗਲਤ ਜਾ ਰਿਹਾ ਸੀ ਲੋਕਾਂ ਦੇ ਵਿੱਚ, ਤਾਂ ਜੋ ਇੱਥੋਂ ਕਲੀਅਰ ਕਰਨ ਵਾਸਤੇ ਪਾਰਦਰਸ਼ੀ ਕੰਮ ਹੋਵੇ, ਇਹ ਸਾਰਾ ਕੁਝ ਤਾਂ ਕੀਤਾ। ਸਰਾਵਾਂ ਵੀ ਆਨਲਾਈਨ ਹੀ ਬੁੱਕ ਕੀਤੀਆਂ? ਸਰਾਵਾਂ ਆਲਰੇਡੀ ਵੀ ਸਾਡੇ ਕੋਲ ਆਨਲਾਈਨ ਵੀ ਹੁੰਦੀਆਂ, ਕੁਝ ਅਸੀਂ ਕਮਰੇ ਪਹਿਲਾਂ ਆਨਲਾਈਨ ਕੀਤੇ ਹੋਏ ਆ, ਜਿੱਦਾਂ ਸਾਰਾਗੜੀ ਸਰਾਂ ਦੇ। ਇੱਥੇ ਵੀ ਅਸੀਂ ਕੁਝ ਕਮਰੇ ਛੱਡ ਕੇ ਸਾਰੇ ਆਨਲਾਈਨ ਕਰਾਂਗੇ, ਔਰ ਕਿਸੇ ਨੂੰ ਪਤਾ ਲੱਗ ਜਾਏਗਾ ਕਿ ਕਮਰਾ ਬੁੱਕ ਹੈ ਕਿ ਨਹੀਂ, ਉਹ ਤਰੀਕ ਦੱਸ ਦਿਆ ਕਰਨਗੇ, ਉਹਦੀ ਉਦੋਂ ਬੁੱਕ ਕਰ ਦਿੱਤਾ ਜਾਇਆ ਕਰੇਗਾ। ਇਹ ਸਹੂਲਤ ਹੀ ਹੈ ਉਹਨਾਂ ਦੀ। ਇਸ ਤੋਂ ਇਲਾਵਾ ਇੱਕ ਬੀਬੀਆਂ ਵਾਸਤੇ ਤੁਸੀਂ ਇੱਕ ਲੜਕੀਆਂ ਵਾਸਤੇ ਸਪੋਰਟਸ ਦੀ ਇੱਕ ਨਵੀਂ ਪਾਲਿਸੀ ਬਣਾਈ ਹੈ, ਉਹ ਕੀ ਹੈ ਜੀ? ਉਹਦੇ ਵਿੱਚ ਜਿਹੜੀ ਲੜਕੀਆਂ ਜਿਹੜੀਆਂ ਨੇ, ਖਾਸ ਕਰਕੇ ਪੰਜਾਬ ਦੀਆਂ ਖਿਡਾਰਨਾਂ ਨੇ, ਵਾਲੀਬਾਲ ਹੋਵੇ ਜਾਂ ਕੋਈ ਚੀਜ਼ਾਂ ਖੇਡਾਂ ਹੋਣ, ਉਹ 'ਚ ਅੱਗੇ ਆਉਣ ਦੀ ਕੋਸ਼ਿਸ਼ ਕਰਦੀਆਂ ਨੇ, ਤਾਂ ਸ਼੍ਰੋਮਣੀ ਕਮੇਟੀ ਵੱਲੋਂ ਕੀ ਕੰਮ ਕੀਤਾ ਜਾ ਰਿਹਾ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਵੀ ਖਿਡਾਰੀਆਂ ਨੂੰ, ਜਦੋਂ ਮੈਂ 2004-05 ਦੇ ਵਿੱਚ ਸੀ ਜਾਂ 1999 ਵਿੱਚ ਬਣੀ ਸੀ, ਉਦੋਂ ਵੀ ਇਹ ਖੇਡਾਂ, ਉਦੋਂ ਖਾਲਸੇ ਖੇਡਾਂ ਸ਼ੁਰੂ ਕੀਤੀਆਂ ਸੀਗੀਆਂ। ਤੇ ਉਸ ਤੋਂ ਬਾਅਦ ਵੀ ਚੱਲਦੇ ਰਹੇ, ਜਦੋਂ ਪ੍ਰਧਾਨ ਸਾਹਿਬ ਨਾਲ ਜਿਸ ਤਰ੍ਹਾਂ ਭਾਵੇਂ ਕੋਈ ਪ੍ਰਧਾਨ ਜੀ ਆਏ ਆ, ਉਹਨਾਂ ਸਾਰਿਆਂ ਨੇ ਉਹਨਾਂ ਨੂੰ ਦਸਤੂਰ ਜਿਹੜਾ ਜਾਰੀ ਰੱਖਿਆ। ਹੁਣ ਕਿਉਂਕਿ ਹਰ ਇੱਕ ਦੇ ਮਨ 'ਚ ਸ਼ੌਕ ਹੁੰਦਾ ਹੈ ਕਿ ਅਸੀਂ ਖੇਡਾਂ ਵਿੱਚ ਜਾਈਏ, ਔਰ ਜਦੋਂ ਨੈਸ਼ਨਲ ਇੰਟਰਨੈਸ਼ਨਲ ਖੇਡਦੇ ਆ ਬੱਚੇ, ਉਹਨਾਂ ਦਾ ਮਨ ਜਿਹੜਾ ਹੋਰ ਵੱਧਦਾ, ਤੇ ਉਪਲਬਧੀਆਂ ਜਿਹੜੀਆਂ ਉਹ ਸਾਡੇ ਜਦੋਂ ਪੱਲੇ ਪੈਂਦੀਆਂ, ਤੇ ਸਾਡਾ ਵੀ ਕੁਝ ਦੇਣ ਬਣਦੀ ਹੈ ਲੋਕਾਂ ਪ੍ਰਤੀ, ਸਮਾਜ ਪ੍ਰਤੀ, ਕਿ ਜਿਹੜੀ ਬੱਚੇ ਦੇ ਵਿੱਚ ਕੋਈ ਹੁਨਰ ਹੈ, ਉਹ ਬੱਚੀ ਦਾ ਹੁਨਰ ਜਿਹੜਾ ਬਾਹਰ ਉਹਨੂੰ ਮੌਕਾ ਦਿੱਤਾ ਜਾਵੇ। ਸੋ ਉਹਦੇ ਵਾਸਤੇ ਅਸੀਂ ਅਕੈਡਮੀਜ਼ ਤਿਆਰ ਕਰ ਰਹੀਆਂ ਮੈਂ, ਤੇ ਖਾਸ ਕਰਕੇ ਹਾਕੀ, ਬਾਸਕਟਬਾਲ, ਇਹੋ ਜਿਹੀਆਂ ਖੇਡਾਂ ਜਿਹੜੀਆਂ ਹੈਗੀਆਂ ਬੱਚੀਆਂ ਜਿਹ 'ਚ ਸ਼ੌਕ ਰੱਖਦੀਆਂ। ਕਿੰਨੀ ਅਕੈਡਮੀਆਂ ਤਿਆਰ ਕੀਤੀਆਂ? ਪਹਿਲਾਂ ਵੀ ਮੇਰੇ ਖਿਆਲ ਤਿੰਨ ਚੱਲ ਰਹੀ ਆ ਟੀਮਾਂ, ਤੇ ਹੁਣ ਵੀ ਅਸੀਂ ਮਾਝਾ, ਦੁਆਬਾ, ਮਾਲਵਾ ਅਕੈਡਮੀਜ਼ ਕਿੰਨੀਆਂ ਹੁੰਦੀਆਂ, ਇਹ ਮੈਂ ਹੁਣ ਟੀਮ ਬਣਾਈ ਹੈ ਸਿਲੈਕਸ਼ਨ ਕਮੇਟੀ, ਉਹ 'ਚ ਬੈਠਾਂਗੇ, ਮੀਟਿੰਗ ਕਰਾਂਗੇ ਕਿੱਥੇ ਸੂਟੇਬਲ ਰਹੇਗਾ, ਕਿਉਂਕਿ ਉਹਦੇ 'ਚ ਹੋਸਟਲ ਵੀ ਬਣਾਉਣਾ, ਉਹਨਾਂ ਦੀ ਡਾਈਟ ਦਾ ਵੀ ਸਾਰਾ ਪ੍ਰਬੰਧ ਕਰਨਾ, ਉਹਨਾਂ ਦੀ ਐਜੂਕੇਸ਼ਨ ਦਾ ਵੀ ਕਰਨਾ। ਐਜੂਕੇਸ਼ਨ ਵੀ ਉਹਨਾਂ ਨੂੰ ਫ੍ਰੀ ਦੇਵਾਂਗੇ ਜੀ, ਉਹਨਾਂ ਨੂੰ ਅਸੀਂ ਡਾਈਟ ਵੀ ਸਾਰਾ ਕੁਝ ਫ੍ਰੀ ਦੇਵਾਂਗੇ, ਉਹਨਾਂ ਨੂੰ ਅਸੀਂ ਖੇਡਣ ਵਾਸਤੇ ਮੌਕਾ ਜਿਹੜਾ ਦੇਣਾ, ਬਕਾਇਦਾ ਕੋਚ ਵਗੈਰਾ ਜੋ ਰੱਖਣੇ, ਉਹਨਾਂ ਵਾਸਤੇ ਸਾਰਾ ਕੁਝ ਫ੍ਰੀ ਹੋਏਗਾ। ਇਸ ਤੋਂ ਇਲਾਵਾ ਸਾਕਾ ਨਨਕਾਣਾ ਸਾਹਿਬ ਵਾਸਤੇ ਜੱਥਾ ਜਾ ਰਿਹਾ ਜੀ, ਉਹਦੇ ਵਾਸਤੇ ਬੀਬੀ ਜੀ ਕੀ ਡਿਟੇਲ? ਨਨਕਾਣਾ ਸਾਹਿਬ ਕਿਉਂਕਿ ਹਰ ਵਾਰੀ ਜਥਾ ਜਾਂਦਾ ਹੈ, ਇਸ ਵਾਰ 100 ਸਾਲਾ ਸਮਾਗਮ ਹੈ, ਉਹਦੇ ਸੰਬੰਧ ਵਿੱਚ ਜਿੰਨਾ ਵੀ ਮੰਗ ਕੀਤੀ ਹੋਈ ਸੀ, ਜਿੰਨੇ ਪਾਸਪੋਰਟ ਚਲੇ ਗਏ ਉਹ ਸਾਰੇ ਜਾਣਗੇ, ਉੱਥੇ ਜਾ ਕੇ ਰੌਣਕਾਂ 'ਚ ਵੀ ਵਾਧਾ ਕਰਨਗੇ, ਗੁਰਮਤਿ ਦਾ ਪ੍ਰਚਾਰ ਵੀ ਕਰਨਗੇ, ਜਾਂ ਉੱਥੇ ਕੀਰਤਨ ਕਥਾ ਜੋ ਵੀ ਹੈ ਸਮਾਗਮ ਜਿਹੜਾ ਉੱਥੇ 3 ਦਿਨ ਦਾ ਕੀਤਾ ਜਾਊਗਾ। ਤੇ ਉੱਥੇ ਜਿਹੜਾ ਹੈਗਾ ਕੋਈ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ 100 ਸਾਲਾਂ ਤੇ ਕੋਈ ਵਿਸ਼ੇਸ਼ ਸਮਾਗਮ ਕੀਤਾ ਜਾਏਗਾ? ਨਹੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਜਾ ਕੇ,
ਉੱਥੇ ਜਾ ਕੇ ਅਸੀਂ ਕਰਾਂਗੇ, ਕਿਉਂਕਿ ਸ਼ਤਾਬਦੀ ਅਸੀਂ ਉੱਥੇ ਮਨਾ ਰਹੀ ਹੈ ਸ਼੍ਰੋਮਣੀ ਕਮੇਟੀ। ਤੇ ਕਿੰਨੀ ਇੱਥੇ ਵੀ ਹੈ ਸਾਡੇ ਗੁਰਦਾਸਪੁਰ ਵੀ, ਗੁਰਦਾਸਪੁਰ ਜਿਹੜਾ ਸਮਾਗਮ ਹੈ ਉਹ ਵੀ 21 ਤਰੀਕ ਨੂੰ ਹੀ ਹੈ, ਉੱਥੇ ਵੀ 21 ਤਰੀਕ ਨੂੰ ਹੈ। ਤੇ ਕਿੰਨਾ ਜਥਾ ਜਾ ਰਿਹਾ ਹੈ ਜੀ? ਮੇਰੇ ਖਿਆਲ ਹੈ ਕੋਈ 800-900 ਦੇ ਕਰੀਬ ਜਿੱਦਾਂ ਜਿੰਨੇ ਕੋ ਆ ਗਏ ਆ ਪਾਸਪੋਰਟ ਹੋਣੇ, ਜਿੰਨਾ ਵੱਧ ਤੋਂ ਵੱਧ ਹੋਏਗਾ, ਜਿੰਨੇ ਵੀਜ਼ੇ ਮਿਲਣਗੇ। ਬੀਬੀ ਜੀ ਇੱਕ ਹੋਰ ਸ਼ਤਾਬਦੀ ਸਮਾਰੋਹ ਦੀ ਤੁਸੀਂ ਗੱਲ ਕੀਤੀ ਹੈ, ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਹੈ 400 ਸਾਲ ਆ ਰਿਹਾ, ਉਦੋਂ ਲੈ ਕੇ ਨਗਰ ਕੀਰਤਨ ਜਿਹੜੇ ਕੱਢੇ ਜਾਣੇ ਨੇ, ਤਾਂ ਸ਼੍ਰੋਮਣੀ ਕਮੇਟੀ ਵੱਲੋਂ ਕੀ ਐਤਕੀ ਸਾਲ ਜਿਹੜਾ ਵਿਸ਼ੇਸ਼ ਕੀਤਾ ਜਾਏਗਾ ਉਹਦੇ ਵਾਸਤੇ? ਦੇਖੋ ਨਗਰ ਕੀਰਤਨ ਦੀ ਅਜੇ ਪਲੈਨਿੰਗ ਅਸੀਂ ਕਰ ਰਹੇ ਹਾਂ, ਕਿਉਂਕਿ ਅਜੇ ਤੱਕ ਕੋਵਿਡ ਦਾ ਜਿੱਦਾਂ ਸਮਾਂ ਕਈ ਸਟੇਟਾਂ ਦੇ ਵਿੱਚੋਂ ਅਸੀਂ ਪਤਾ ਕਰਾਂਗੇ, ਜਿਸ ਤਰ੍ਹਾਂ ਕਰਨਗੇ ਕਿੱਥੋਂ ਲੈ ਕੇ ਆਉਣਾ। ਦਿੱਲੀ ਤੋਂ ਵੈਸੇ ਆਰਗੇਨਾਈਜ਼ ਕੀਤਾ ਕਿ ਦਿੱਲੀ ਵੱਲੋਂ ਸੰਗਤ ਜਿਹੜੀ ਇੱਥੇ ਲੈ ਕੇ ਆ ਰਹੀ ਹੈ। ਬਾਕੀ ਅਸੀਂ ਪ੍ਰੋਗਰਾਮ 10 ਲਿਖੇ ਹੈ, ਉਹਨਾਂ 10 ਪ੍ਰੋਗਰਾਮਾਂ ਦੇ ਵਿੱਚ ਕਿਹੜੀ ਅੱਗੇ ਅਸੀਂ ਹੁਣ ਫਾਈਨਲ ਹੀ ਕਰ ਰਹੇ ਸੀ ਵੀ ਜਿੱਥੇ ਜਿੱਥੇ ਸਮਾਗਮ ਹੋਵੇ ਉੱਥੇ 4 ਦਿਨ ਦਾ 31 ਦਿਨ ਦਾ ਵੈਸੇ ਅਸੀਂ ਸਮਾਗਮ ਮਨਾਏ ਹੈ। ਪਾਠ ਬੋਧ ਸਮਾਗਮ ਚੱਲੇਗਾ, ਭੋਗ ਪੈਣਗੇ, ਫਿਰ 4 ਦਿਨ ਦਾ ਲਗਾਤਾਰ ਸਮਾਗਮ ਵੱਡੇ ਚੱਲਣਗੇ। ਸੋ 5-6 ਥਾਵਾਂ ਇੱਥੇ ਨੇ ਪੰਜਾਬ ਦੇ ਵਿੱਚ, ਹਰਿਆਣੇ ਵਿੱਚ ਹੈ, ਦਿੱਲੀ ਵਿੱਚ ਹੈ, ਬਾਕੀ ਅਸਾਮ 'ਚ ਹੈ, ਕਾਨਪੁਰ ਹੈ, ਇੱਦਾਂ ਹੀ ਤੁਸੀਂ ਹਿਸਾਬ ਲਾ ਲਓ ਵੀ ਇੰਦੌਰ ਵਗੈਰਾ, ਪਟਨਾ ਸਾਹਿਬ, ਕਾਫੀ ਪ੍ਰੋਗਰਾਮ ਹੋ ਗਏ ਆ। ਸ਼ੁਰੂਆਤ ਨਗਰ ਕੀਰਤਨ ਦੀ ਕਿੱਥੋਂ ਕੀਤੀ ਜਾਏਗੀ? ਨਹੀਂ ਨਗਰ ਕੀਰਤਨ ਦੀ ਅਜੇ ਫਾਈਨਲ ਨਹੀਂ ਹੋਇਆ, ਅਜੇ ਨਗਰ ਕੀਰਤਨ ਦਿੱਲੀ ਤੋਂ ਆ ਰਿਹਾ ਇੱਥੇ। ਬਾਕੀ ਅਸੀਂ ਕਿੱਦਾਂ ਕੱਢ ਰਹੇ ਹਾਂ, ਲੋਕਲ ਕੱਢਣੇ ਆ, ਕਿਸ ਤਰ੍ਹਾਂ ਕਰਨੇ ਆ, ਦੂਜੀ ਸਟੇਟਾਂ 'ਚ ਲਿਆਉਣੇ ਆ, ਉਹ ਅਜੇ ਫਾਈਨਲ ਕਰ ਰਹੇ। ਤਾਂ ਉਹਦੇ ਵਾਸਤੇ ਜਿਹੜੇ ਸਭ ਜਗ੍ਹਾ ਤੇ ਸਮਾਗਮ ਕੀਤੇ ਜਾਣਗੇ ਐਸਜੀਪੀਸੀ ਵੱਲੋਂ? ਸਮਾਗਮ ਤੇ ਘੱਟੋ ਘੱਟ 10-11 ਥਾਂ ਦੇ ਉੱਤੇ ਰੱਖ ਲਿਆ, ਸਾਰੇ ਥਾਵਾਂ ਦੇ 4-4 ਦਿਨ ਦੇ ਸਮਾਗਮ ਹੋਣਗੇ। ਵੈਸੇ ਤਾਂ 31 ਦਿਨ ਹੀ ਚੱਲੇਗਾ ਪਾਠ ਬੋਧ ਸਮਾਗਮ, ਪੂਰਾ 31 ਦਿਨ, ਜਿਹਦੇ ਵਿੱਚ ਪਾਠ ਸੰਥਿਆ ਹੋਏਗੀ ਗੁਰੂ ਗ੍ਰੰਥ ਸਾਹਿਬ ਜੀ ਦੀ, ਤੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ 1 ਘੰਟਾ ਰੋਜ਼ ਉਹਨਾਂ ਦੇ ਰਾਗ ਵਿੱਚ ਹੀ ਕੀਰਤਨ ਹੋਏਗਾ। ਤੇ ਉਹਨਾਂ ਦੇ ਜਨਮ ਸਥਾਨ ਗੁਰ ਕੇ ਮਹਿਲ ਸਾਹਿਬ ਵਿਖੇ ਵੀ ਕੁਝ ਵਿਸ਼ੇਸ਼, ਕਿਉਂਕਿ ਫੰਕਸ਼ਨ ਜਿਹੜਾ ਉਹ ਹਰਮੰਦਰ ਇੱਥੇ ਦਰਬਾਰ ਸਾਹਿਬ 'ਚ, ਦਰਬਾਰ ਸਾਹਿਬ ਮਤਲਬ ਅੰਮ੍ਰਿਤਸਰ ਸਾਹਿਬ ਵਿਖੇ ਪਹਿਲਾਂ ਗੁਰੂ ਕੇ ਮਹਿਲ ਦੇ ਵਿੱਚ ਭੋਗ ਪਏਗਾ, ਫਿਰ ਖੁੱਲੇ ਮੈਦਾਨ ਦੇ ਵਿੱਚ ਵੱਡਾ ਜਿਹੜਾ ਪੰਡਾਲ ਸੱਜੇਗਾ। ਸ਼ੁਕਰੀਆ ਜੀ। ਤੇ ਅਸੀਂ ਬੀਬੀ ਜਗੀਰ ਕੌਰ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ, ਤਾਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰਜ ਕੀਤੇ ਜਾ ਰਹੇ ਨੇ, ਤੇ ਖਾਸ ਕਰਕੇ ਜਿਹੜੀ ਆਨਲਾਈਨ ਸੁਵਿਧਾ ਕੀਤੀ ਗਈ ਹੈ, ਉਸ ਤਰੀਕੇ ਨੂੰ ਕਿੰਨਾ ਸੁਚਾਰੂ ਤਰੀਕੇ ਨਾਲ ਚਲਾਇਆ ਜਾ ਸਕਿਆ, ਜਿੰਨਾ ਦੇਸ਼ ਵਿਦੇਸ਼ 'ਚ ਬੈਠੀ ਸੰਗਤ ਅਖੰਡ ਪਾਠ ਸਾਹਿਬ ਰਖਵਾਉਣ ਵਾਸਤੇ ਇੱਥੇ ਬੁਕਿੰਗ ਕਰ ਸਕਦੀ ਹੈ। ਦੇ ਨਾਲ ਨਾਲ ਸਰਾਂ ਵੀ ਜਿਹੜੀ ਆਨਲਾਈਨ ਕੀਤੀ ਜਾ ਰਹੀ ਹੈ, ਤੇ ਨਾਲ ਨਾਲ ਆਉਣ ਵਾਲੇ ਸ਼ਤਾਬਦੀ ਸਮਾਰੋਹ ਦੀ ਵੀ ਵਿਆਖਿਆ ਜਿਹੜਾ ਉਹਨਾਂ ਵੱਲੋਂ ਕੀਤੀ ਗਈ ਹੈ, ਤੇ ਕਿਸ ਤਰੀਕੇ ਨਾਲ ਸਮਾਗਮ ਕਰਕੇ ਜਿਹੜਾ ਹੈ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਆਉਣ ਨਹੀਂ ਦਿੱਤੀ ਜਾਏਗੀ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ ਟੀਵੀ, ਅੰਮ੍ਰਿਤਸਰ।